ਹੈਲੋ ਸਟੂਡੈਂਟਸ, ਅੱਜ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਐਡਵਾਂਟੇਜ ਆਫ ਬੈਂਕ ਅਕਾਊਂਟ। ਬੈਂਕ ਅਕਾਊਂਟ ਓਪਨ ਕਰਨ ਦੇ ਆਪਾਂ ਨੂੰ ਕੀ ਫਾਇਦੇ ਹੋਣਗੇ, ਇੱਕ ਕਸਟਮਰ ਨੂੰ ਕੀ ਲਾਭ ਹੋ ਸਕਦੇ ਆ, ਉਹ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਫਸਟਲੀ ਆਇੰਦਾ ਸੇਫਟੀ ਆਫ ਮਨੀ, ਮਤਲਬ ਕਿ ਪੈਸਿਆਂ ਦੀ ਸੁਰੱਖਿਅਤਾ। ਹਰ ਕਿਸੇ ਨੂੰ ਪੈਸਿਆਂ ਦੇ ਰਿਗਾਰਡਿੰਗ ਰਿਸਕ ਹੁੰਦਾ ਵਾ। ਆਪਾਂ ਕਿਤੇ ਵੀ ਜਾਈਏ ਆਪਾਂ ਨੂੰ ਡਰ ਲੱਗਦਾ ਕਿ ਸਾਡੀ ਜੇਬ ਦੇ ਵਿੱਚੋਂ ਪੈਸੇ ਚੋਰੀ ਨਾ ਹੋ ਜਾਣ ਜਾਂ ਸਾਡੇ ਘਰ ਪੇ ਪੈਸੇ ਚੋਰੀ ਨਾ ਹੋ ਜਾਣ। ਸੋ ਇਹ ਸਾਰੀ ਬੋਦਰੇਸ਼ਨ ਨੂੰ ਹੈਂਡਲ ਕਰਨ ਦੇ ਲਈ ਆਪਾਂ ਕੀ ਕਰਦੇ ਆ, ਇੱਕ ਅਕਾਊਂਟ ਓਪਨ ਕਰਾਉਂਦੇ ਆ। ਜਿਹੜਾ ਅਕਾਊਂਟ ਓਪਨ ਕਰਾਵਾਂਗੇ ਉਹਦੇ ਵਿੱਚ ਅਸੀਂ ਮਨੀ ਨੂੰ ਡਿਪੋਜ਼ਿਟ ਕਰਾ ਦਿੰਦੇ ਆ। ਸੋ ਇਹ ਕੀ ਹੋ ਜਾਂਦਾ, ਆਪਣੀ ਸੇਫਟੀ ਆਫ ਮਨੀ। ਜਿਹੜੇ ਪੈਸੇ ਸਾਡੇ ਕੋਲ ਹੁੰਦੇ ਆ ਅਸੀਂ ਬੈਂਕ ਵਿੱਚ ਡਿਪੋਜ਼ਿਟ ਕਰਾ ਕੇ ਬੋਦਰੇਸ਼ਨ ਤੋਂ, ਚਿੰਤਾ ਤੋਂ ਫ੍ਰੀ ਹੋ ਸਕਦੇ ਆ। ਸੋ ਇਹ ਕੀ ਹੋ ਗਿਆ, ਸੇਫਟੀ। ਤੇ ਬੈਂਕ ਵਿੱਚੋਂ ਆਪਾਂ ਜਦੋਂ ਚਾਹੀਏ ਪੈਸੇ ਕਢਵਾ ਵੀ ਸਕਦੇ ਆ। ਇਹ ਕੀ ਹੁੰਦਾ, ਲਿਕੁਇਡਿਟੀ, ਮਤਲਬ ਕਿ ਆਪਾਂ ਨੂੰ ਕਦੋਂ ਵੀ ਪੈਸੇ ਮਿਲ ਵੀ ਸਕਦੇ ਆ। ਅੱਗੇ ਆਉਂਦਾ ਡਿਵੈਲਪ ਦਾ ਹੈਬਿਟ ਆਫ ਸੇਵਿੰਗ। ਬੈਂਕ ਅਕਾਊਂਟ ਓਪਨ ਕਰਨ ਦੇ ਨਾਲ ਕਸਟਮਰ ਦੇ ਵਿੱਚ ਸੇਵਿੰਗਸ ਕਰਨ ਦੀਆਂ ਹੈਬਿਟ ਡਿਵੈਲਪ ਹੁੰਦੀਆਂ ਵਾ। ਉਹ ਕਿਵੇਂ ਹੋਣਗੀਆਂ, ਕਿਉਂਕਿ ਜਿਹੜਾ ਬੈਂਕ ਆ ਉਹ ਕਸਟਮਰ ਨੂੰ ਬਹੁਤ ਸਾਰੀ ਸਕੀਮਸ ਪ੍ਰੋਵਾਈਡ ਕਰਦਾ ਵਾ ਜਿਹੜੀ ਕਿ ਅਟਰੈਕਟਿਵ ਹੁੰਦੀਆਂ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਐਫਡੀ ਤੇ ਰੇਟ ਆਫ ਇੰਟਰਸਟ ਕੀ ਹੁੰਦਾ, ਜ਼ਿਆਦਾ ਹੁੰਦਾ। ਜੇ ਆਪਾਂ ਕਰੰਟ ਅਕਾਊਂਟ ਓਪਨ ਕਰਾਣਾ, ਕਰੰਟ ਅਕਾਊਂਟ ਦੇ ਵਿੱਚ ਆਪਾਂ ਜਿੰਨੀ ਵਾਰ ਮਰਜ਼ੀ ਪੈਸੇ ਜਮ੍ਹਾਂ ਕਰਾ ਸਕਦੇ ਆ, ਕਢਵਾ ਸਕਦੇ ਆ। ਸੇਵਿੰਗ ਅਕਾਊਂਟ ਦੇ ਵਿੱਚ ਰੇਟ ਆਫ ਇੰਟਰਸਟ ਤਾਂ ਮਿਲਦਾ ਪਰ ਐਫਡੀ ਨਾਲੋਂ ਘੱਟ ਮਿਲਦਾ। ਸੋ ਇਹ ਕੀ ਹੁੰਦੀਆਂ ਵਾ, ਸਕੀਮਸ ਹੁੰਦੀਆਂ ਵਾ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਸ ਹੁੰਦੀਆਂ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ, ਤਾਂ ਜੋ ਉਹਨਾਂ ਵਿੱਚ ਸੇਵਿੰਗਸ ਕਰਨ ਦੀਆਂ ਹੈਬਿਟ ਬਣ ਜਾਣ। ਅੱਗੇ ਆ ਜਾਂਦਾ ਫੈਸਿਲਿਟੀ ਆਫ ਮੇਕਿੰਗ ਪੇਮੈਂਟ। ਜਿਹੜਾ ਬੈਂਕ ਆ ਇਹ ਆਪਾਂ ਨੂੰ ਫੈਸਿਲਿਟੀ ਦਿੰਦਾ ਵਾ ਕਿ ਅਸੀਂ ਕ੍ਰੈਡੀਟਰ ਨੂੰ, ਜਿਨ੍ਹਾਂ ਨੂੰ ਪੈਸੇ ਦੇਣੇ ਆ, ਉਹ ਚੈੱਕ ਜਾਂ ਡਰਾਫਟ ਰਾਹੀਂ ਪੈਸੇ ਦੇ ਸਕਦੇ ਆ। ਅੱਗੇ ਆ ਜਾਂਦਾ ਵਾ ਸਿਕਿਉਰਿੰਗ ਆਫ ਲੋਨਸ। ਬੈਂਕ ਕਸਟਮਰ ਨੂੰ ਲੋਨ ਲੈਣ ਦੇ ਵਿੱਚ ਵੀ ਹੈਲਪ ਕਰਦਾ ਵਾ। ਲੋਨ ਦੇ ਵੀ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਵਾ। ਕੈਸ਼ ਕ੍ਰੈਡਿਟ ਹੋ ਸਕਦਾ ਵਾ, ਲੌਂਗ ਟਰਮ ਲੋਨ ਹੋ ਸਕਦੇ ਆ, ਸ਼ਾਰਟ ਟਰਮ ਲੋਨ ਹੋ ਸਕਦੇ ਆ। ਸੋ ਇਹ ਕੀ ਹੋ ਗਿਆ, ਆਪਾਂ ਨੂੰ ਲੋਨ ਵੀ ਬੈਂਕ ਤੋਂ ਮਿਲ ਸਕਦਾ। ਤੇ ਬੈਂਕ ਓਵਰਡਰਾਫਟ ਫੈਸਿਲਿਟੀ ਵੀ ਪ੍ਰੋਵਾਈਡ ਕਰਦਾ। ਜਿਹੜੇ ਕਸਟਮਰ ਦੀ ਕ੍ਰੈਡਿਟ ਵਰਥੀਨੈਸ, ਮਤਲਬ ਇਮੇਜ ਬੈਂਕ ਵਿੱਚ ਵਧੀਆ ਹੋਵੇ, ਉਹ ਕਸਟਮਰ ਜਿੰਨੇ ਉਹਨਾਂ ਕੋਲ ਪੈਸੇ ਹੈਗੇ ਆ ਉਹਦੇ ਤੋਂ ਵੱਧ ਪੈਸੇ ਆਪਣੇ ਕਢਵਾ ਸਕਦੇ ਆ, ਬਟ ਇਹ ਸ਼ਾਰਟ ਪੀਰੀਅਡ ਲਈ ਹੋਏਗਾ। ਇਹ ਕੀ ਹੋ ਗਿਆ, ਇੱਕ ਤਰ੍ਹਾਂ ਦੀ ਐਡਵਾਂਟੇਜ ਹੋ ਗਿਆ ਕਿ ਕਸਟਮਰ ਲੋਨ ਲੈ ਸਕਦਾ। ਨੈਕਸਟ ਆਇੰਦਾ ਪ੍ਰੋਵਾਈਡ ਕ੍ਰੈਡਿਟ ਇਨਫੋਰਮੇਸ਼ਨ। ਬੈਂਕ ਕ੍ਰੈਡਿਟ ਵਰਥੀਨੈਸ, ਕਿ ਉਹਦੇ ਦੇਣ ਲੈਣ ਦੀ ਕਿਸ ਤਰ੍ਹਾਂ ਦੀ ਸ਼ਮਤਾ ਹੈ, ਉਸ ਬਾਰੇ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਕੰਸਰਨ ਪਰਸਨ ਨੂੰ। ਜਿਹੜੇ ਉਹਨਾਂ ਦੇ ਨਾਲ ਕੰਸਰਨ ਹੈਗੇ ਆ ਉਹਨਾਂ ਨੂੰ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ। ਸੋ ਬੈਂਕ ਤੋਂ ਆਪਾਂ ਨੂੰ ਇਨਫੋਰਮੇਸ਼ਨ ਵੀ ਮਿਲ ਜਾਂਦੀ ਆ। ਅੱਗੇ ਆਇੰਦਾ ਰੈਮਿਟੈਂਸ ਫੈਸਿਲਿਟੀ। ਰੈਮਿਟੈਂਸ ਫੈਸਿਲਿਟੀ ਮਤਲਬ ਜੇ ਅਸੀਂ ਮੰਨ ਲਓ ਮੋਗਾ ਸ਼ਹਿਰ ਵਿੱਚ ਰਹਿ ਰਹੇ ਹਾਂ ਤੇ ਅਸੀਂ ਆਪਣੇ ਪੈਸੇ ਟ੍ਰਾਂਸਫਰ ਕਰਨੇ ਆ ਜਲੰਧਰ ਵਿੱਚ। ਇਹ ਕੀ ਹੋ ਗਿਆ, ਪੈਸੇ ਟ੍ਰਾਂਸਫਰ ਕਰਨ ਦੀ ਫੈਸਿਲਿਟੀ। ਅਸੀਂ ਆਪਣੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪੈਸਿਆਂ ਨੂੰ ਟ੍ਰਾਂਸਫਰ ਕਰ ਸਕਦੇ ਆ, ਚੈੱਕ ਰਾਹੀਂ, ਡਰਾਫਟ ਰਾਹੀਂ। ਇਹ ਬੈਂਕ ਆਨਲਾਈਨ ਵੀ ਪੈਸੇ ਟ੍ਰਾਂਸਫਰ ਕਰ ਦਿੰਦਾ ਵਾ। ਅੱਗੇ ਆਇੰਦਾ ਸੇਵਿੰਗ ਇਨ ਯੂਜ਼ ਆਫ ਕਰੰਸੀ ਨੋਟਸ। ਬੈਂਕ ਕੀ ਕਰਦਾ, ਜਿਹੜੀ ਬੋਦਰੇਸ਼ਨ ਸੀ ਆਪਣੀ ਕੈਸ਼ ਨੂੰ ਹੈਂਡਲ ਕਰਨ ਦੀ, ਉਹ ਖਤਮ ਕਰ ਦਿੰਦਾ। ਹੁਣ ਕਸਟਮਰ ਚੈੱਕ ਦੇ ਨਾਲ ਰਿਸੀਵ ਕਰ ਸਕਦਾ ਆਪਣੀਆਂ ਪੇਮੈਂਟਸ ਨੂੰ। ਨੈਕਸਟ ਆਇੰਦਾ ਲੈਟਰ ਆਫ ਕ੍ਰੈਡਿਟ। ਲੈਟਰ ਆਫ ਕ੍ਰੈਡਿਟ ਇੱਕ ਤਰ੍ਹਾਂ ਦਾ ਸਰਟੀਫਿਕੇਟ ਹੁੰਦਾ ਵਾ ਜਿਹੜਾ ਬਿਜ਼ਨਸ ਦੇ ਵਿੱਚ ਹੈਲਪਫੁਲ ਹੁੰਦਾ ਫੋਰਨ ਟ੍ਰੇਡ ਕਰਨ ਦੇ ਵਿੱਚ। ਫੋਰਨ ਟ੍ਰੇਡ ਦੇ ਵਿੱਚ ਜਦੋਂ ਬੈਂਕ ਲੈਟਰ ਆਫ ਕ੍ਰੈਡਿਟ ਪ੍ਰੋਵਾਈਡ ਕਰ ਦਿੰਦਾ, ਇਹਦੇ ਨਾਲ ਬਿਜ਼ਨਸਮੈਨ ਦੀ ਕੀ ਗੁੱਡਵਿਲ ਇੰਕਰੀਜ਼ ਹੋ ਜਾਂਦੀ ਆ। ਅੱਗੇ ਆ ਜਾਂਦਾ ਡਿਪੋਜ਼ਿਟ ਆਫ ਚੈੱਕ। ਜਿਹੜੇ ਬੈਂਕ ਕੋਲ ਚੈੱਕ ਕਲੈਕਟ ਹੁੰਦੇ ਆ, ਬੈਂਕ ਚੈੱਕਸ ਨੂੰ ਰਿਸੀਵ ਕਰਦਾ, ਉਹਨਾਂ ਦੇ ਬਿਹਾਫ ਤੇ ਕਸਟਮਰ ਨੂੰ ਪੇਮੈਂਟ ਵੀ ਬੈਂਕ ਕਰ ਦਿੰਦਾ। ਸੋ ਆਪਾਂ ਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੁੰਦੀ ਕਸਟਮਰ ਨੂੰ ਕਿ ਜੇ ਇਹ ਐਕਸਿਸ ਬੈਂਕ ਦਾ ਚੈੱਕ ਆ ਤੇ ਇਹ HDFC ਬੈਂਕ ਰਿਸੀਵ ਕਰੇਗਾ ਕਿ ਨਹੀਂ ਕਰੇਗਾ। ਬੈਂਕ ਕੀ ਕਰਦਾ ਵਾ, ਡਿਪੋਜ਼ਿਟ ਆਫ ਚੈੱਕ ਵੀ ਰਿਸੀਵ ਕਰਦਾ। ਨੈਕਸਟ ਆਇੰਦਾ ਇੰਕਰੀਜ਼ ਇਨ ਗੁੱਡਵਿਲ। ਅੱਜ ਦੇ ਟਾਈਮ ਦੇ ਵਿੱਚ ਬਿਜ਼ਨਸਮੈਨ ਦੀ ਜਿਹੜੀ ਗੁੱਡਵਿਲ ਆ, ਸ਼ਾਖ ਜਿਹਨੂੰ ਕਹਿ ਦਿੰਦੇ ਆ, ਉਹ ਕੀ ਹੋ ਜਾਂਦੀ ਆ, ਇੰਕਰੀਜ਼ ਹੋ ਜਾਂਦੀ ਆ ਜਿਸ ਟਾਈਮ ਤੋਂ ਬੈਂਕ ਦੀਆਂ ਫੈਸਿਲਿਟੀਜ਼ ਨੂੰ ਯੂਜ਼ ਕਰਦਾ। ਕ੍ਰੈਡਿਟ ਫੈਸਿਲਿਟੀਜ਼ ਵੀ ਬਿਜ਼ਨਸਮੈਨ ਨੂੰ ਮਿਲਦੀਆਂ। ਅੱਗੇ ਆਉਂਦਾ ਯੂਜ਼ ਆਫ ਆਈਡਲ ਮਨੀ।
ਆਈਡਲ ਮਨੀ ਦਾ ਮਤਲਬ ਜਿਹੜੀ ਕਿ ਸਰਪਲਸ ਵਾਧੂ ਦੀ ਮਨੀ ਪਈ ਹੁੰਦੀ ਹੈ ਲੋਕਾਂ ਕੋਲ, ਉਹ ਕੀ ਕਰਦੇ ਆ, ਬੈਂਕ ਉਹਨਾਂ ਨੂੰ ਮੋਬਿਲਾਈਜ਼ ਕਰਦਾ, ਬੈਂਕ ਆਪਣੇ ਕੋਲ ਰੱਖਦਾ, ਫਿਰ ਉਸ ਮਨੀ ਨੂੰ ਬੈਂਕ ਅੱਗੇ ਲੋਕਾਂ ਨੂੰ ਲੋਨ ਦੇਣ ਵਿੱਚ ਯੂਜ਼ ਕਰਦਾ ਜਾਂ ਡਿਵੈਲਪਮੈਂਟ ਲਈ। ਸਪੋਜ਼ ਕਰੋ ਕਿ 10 ਹਜ਼ਾਰ ਰੁਪਇਆ 10 ਲੋਕਾਂ ਨੇ ਵੀ ਜਮ੍ਹਾਂ ਕਰਾਤਾ, ਉਹ ਕਿੰਨਾ ਬਣ ਗਿਆ, 1 ਲੱਖ ਬਣ ਗਿਆ। ਬੈਂਕ 1 ਲੱਖ ਰੁਪਏ ਨੂੰ ਕੀ ਕਰੇਗਾ, ਜਾਂ ਤਾਂ ਕਿਸੇ ਨੂੰ ਲੋਨ ਦੇ ਸਕਦਾ, ਜਾਂ ਹੋ ਸਕਦਾ ਕਿ ਉਹ ਕਿਸੇ ਡਿਵੈਲਪਮੈਂਟ ਵਾਲੇ ਪ੍ਰੋਜੈਕਟ ਵਿੱਚ ਇਨਵੈਸਟ ਕਰ ਦੇ। ਇਹ ਕੀ ਹੋ ਗਿਆ, ਆਈਡਲ ਯੂਜ਼ ਹੋ ਗਿਆ, ਵਧੀਆ ਤਰੀਕੇ ਨਾਲ ਯੂਜ਼ ਹੋ ਗਿਆ ਆਪਣੀ ਮਨੀ ਦਾ, ਜਿਹੜੀ ਆਪਣੇ ਕੋਲ ਵਾਧੂ ਦੀ ਪਈ ਸੀਗੀ। ਨੈਕਸਟ ਆ ਜਾਂਦਾ ਮਿਸਲੇਨੀਅਸ ਸਰਵਿਸ। ਮਿਸਲੇਨੀਅਸ ਸਰਵਿਸ ਦਾ ਮਤਲਬ ਬੈਂਕ ਇਹਨਾਂ ਤੋਂ ਇਲਾਵਾ ਹੋਰ ਸਾਰੀਆਂ ਸਰਵਿਸ ਵੀ ਪ੍ਰੋਵਾਈਡ ਕਰਦਾ, ਜਿਸ ਤਰ੍ਹਾਂ ਲੋਕਰ ਫੈਸਿਲਿਟੀ ਹੋ ਗਿਆ, ਟਰੈਵਲਰ ਚੈੱਕ ਹੋ ਗਿਆ, ਜਾਂ ਕਸਟਮਰ ਜੋ ਵੀ ਇੰਸਟਰਕਸ਼ਨ ਬੈਂਕ ਨੂੰ ਦਿੰਦਾ ਉਸ ਅਕੋਰਡਿੰਗ ਬੈਂਕ ਸਾਰੀ ਐਕਟੀਵਿਟੀ ਪਰਫਾਰਮ ਕਰਦਾ। ਇਹ ਸੀਗੇ ਆਪਣੇ ਐਡਵਾਂਟੇਜ। ਸਟੂਡੈਂਟਸ ਹੁਣ ਇਹ ਤਾਂ ਕਲੀਅਰ ਹੋ ਗਿਆ ਕਿ ਅਕਾਊਂਟ ਓਪਨ ਕਰਾਉਣ ਦੇ ਐਡਵਾਂਟੇਜ ਕੀ ਆ, ਤੇ ਤੁਸੀਂ ਇਹ ਵੀ ਪੜ੍ਹਿਆ ਕਿ ਫਿਕਸ ਡਿਪੋਜ਼ਿਟ ਅਕਾਊਂਟ ਕੀ ਹੁੰਦਾ, ਸੇਵਿੰਗ ਬੈਂਕ ਅਕਾਊਂਟ ਤੇ ਕਰੰਟ ਅਕਾਊਂਟ ਕੀ ਹੁੰਦੇ। ਹੁਣ ਆਪਾਂ ਇਹਨਾਂ ਤਿੰਨਾਂ ਵਿੱਚ ਡਿਫਰੈਂਸ ਕਲੀਅਰ ਕਰਾਂਗੇ, ਕੀ ਡਿਫਰੈਂਸ ਹੈ ਇਹਨਾਂ ਦੇ ਵਿੱਚ। ਪਹਿਲਾਂ ਇਹਦਾ ਟਰਮ ਆਫ ਡਿਪੋਜ਼ਿਟ। ਫਿਕਸ ਡਿਪੋਜ਼ਿਟ ਦੇ ਵਿੱਚ ਜਿਹੜੀ ਮਨੀ ਆ ਉਹ ਫਿਕਸ ਪੀਰੀਅਡ ਦੇ ਲਈ ਡਿਪੋਜ਼ਿਟ ਕੀਤੀ ਜਾਂਦੀ ਆ। ਸੇਵਿੰਗ ਬੈਂਕ ਅਕਾਊਂਟ ਦੇ ਵਿੱਚ ਕੋਈ ਫਿਕਸ ਪੀਰੀਅਡ ਨਹੀਂ ਹੁੰਦਾ, ਤੇ ਕਰੰਟ ਦੇ ਵਿੱਚ ਵੀ ਕੋਈ ਫਿਕਸ ਪੀਰੀਅਡ ਨਹੀਂ ਹੁੰਦਾ। ਅੱਗੇ ਆ ਜਾਂਦਾ ਫ੍ਰੀਕੁਐਂਸੀ ਆਫ ਡਿਪੋਜ਼ਿਟ ਆਫ ਮਨੀ, ਕਿ ਅਸੀਂ ਕਿੰਨੀ ਵਾਰੀ ਪੈਸੇ ਜਮ੍ਹਾਂ ਕਰਾ ਸਕਦੇ ਆ। ਫਿਕਸ ਡਿਪੋਜ਼ਿਟ ਅਕਾਊਂਟ 'ਚ ਇੱਕ ਵਾਰੀ ਕਰਾ ਸਕਦੇ ਆ, ਸੇਵਿੰਗ ਦੇ ਵਿੱਚ ਕੋਈ ਲਿਮਿਟ ਨਹੀਂ ਹੁੰਦੀ, ਤੇ ਕਰੰਟ ਅਕਾਊਂਟ ਦੇ ਵਿੱਚ ਵੀ ਕੋਈ ਲਿਮਿਟ ਨਹੀਂ ਹੁੰਦੀ, ਅਸੀਂ ਬਹੁਤ ਟਾਈਮ ਇਹਦੇ ਵਿੱਚ ਪੈਸੇ ਜਮ੍ਹਾਂ ਕਰਾ ਸਕਦੇ ਆ। ਨੈਕਸਟ ਆ ਜਾਂਦਾ ਫ੍ਰੀਕੁਐਂਸੀ ਆਫ ਵਿਡਰੋ। ਹੁਣ ਕਿੰਨੀ ਵਾਰੀ ਪੈਸੇ ਕਢਵਾ ਸਕਦੇ ਆ। ਐਫਡੀ ਦੇ ਵਿੱਚ, ਜਿਹਨੂੰ ਫਿਕਸਡ ਡਿਪੋਜ਼ਿਟ ਕਹਿੰਦੇ ਆ, ਇਹਦੇ ਵਿੱਚ ਸਿਰਫ ਆਪਾਂ ਮੈਚਿਓਰਿਟੀ ਪੀਰੀਅਡ ਤੇ, ਜਦੋਂ ਟਾਈਮ ਪੂਰਾ ਹੋ ਜਾਏਗਾ ਉਸ ਟਾਈਮ ਤੇ ਪੈਸੇ ਕਢਵਾ ਸਕਦੇ ਆ। ਸੇਵਿੰਗ ਦੇ ਵਿੱਚ 1 ਵੀਕ ਦੇ ਵਿੱਚ ਆਪਾਂ 2 ਵਾਰ ਤੋਂ ਵੱਧ ਪੈਸੇ ਨਹੀਂ ਕਢਵਾ ਸਕਦੇ, ਤੇ ਕਰੰਟ ਅਕਾਊਂਟ ਦੇ ਵਿੱਚ ਪੈਸੇ ਕਢਵਾਉਣ ਦੀ ਕੋਈ ਲਿਮਿਟ ਨਹੀਂ ਹੁੰਦੀ, ਨੋ ਐਨੀ ਰਿਸਟ੍ਰਿਕਸ਼ਨ। ਨੈਕਸਟ ਆ ਜਾਂਦਾ ਰੇਟ ਆਫ ਇੰਟਰਸਟ। ਰੇਟ ਆਫ ਇੰਟਰਸਟ ਇਹਦੇ 'ਚ ਹਾਈ ਹੋਏਗਾ, ਸੇਵਿੰਗ ਬੈਂਕ ਅਕਾਊਂਟ 'ਚ ਘੱਟ ਹੋਏਗਾ ਐਫਡੀ ਨਾਲੋਂ, ਤੇ ਕਰੰਟ ਅਕਾਊਂਟ ਦੇ ਵਿੱਚ ਕੋਈ ਰੇਟ ਆਫ ਇੰਟਰਸਟ ਨਹੀਂ ਮਿਲਦਾ। ਅੱਗੇ ਆਉਂਦਾ ਯੂਜ਼ ਆਫ ਚੈੱਕ। ਫਿਕਸਡ ਡਿਪੋਜ਼ਿਟ ਅਕਾਊਂਟ ਵਾਲਿਆਂ ਨੂੰ ਕੋਈ ਚੈੱਕ ਫੈਸਿਲਿਟੀ ਨਹੀਂ ਮਿਲਦੀ, ਸੇਵਿੰਗ ਬੈਂਕ ਅਕਾਊਂਟ 'ਚ ਆਪਾਂ ਨੂੰ ਚੈੱਕ ਫੈਸਿਲਿਟੀ ਮਿਲਦੀ ਆ, ਤੇ ਕਰੰਟ ਅਕਾਊਂਟ ਦੇ ਵਿੱਚ ਸਿਰਫ ਚੈੱਕ ਫੈਸਿਲਿਟੀ ਹੁੰਦੀ ਹੈ ਜਿੰਦੇ ਲਈ ਅਸੀਂ ਪੇਮੈਂਟਸ ਕਰ ਸਕਦੇ ਹਾਂ ਚੈੱਕ ਰਾਹੀਂ। ਅੱਗੇ ਆ ਜਾਂਦਾ ਵਾ ਆਬਜੈਕਟ। ਇਹਦਾ ਆਬਜੈਕਟ ਫਿਕਸਡ ਡਿਪੋਜ਼ਿਟ ਦਾ ਹੁੰਦਾ ਕਿ ਇੰਟਰਸਟ ਨੂੰ ਅਰਨ ਕਰਨਾ, ਅਸੀਂ ਵੱਧ ਤੋਂ ਵੱਧ ਰੇਟ ਆਫ ਇੰਟਰਸਟ ਦੁਆਰਾ ਅਰਨਿੰਗ ਕਰਨੀ ਆ। ਸੇਵਿੰਗ ਬੈਂਕ ਅਕਾਊਂਟ 'ਚ ਦੱਸਿਆ ਕਿ ਹੈਬਿਟ ਆਪਾਂ ਡਿਵੈਲਪ ਕਰਨੀ ਹੈ ਸੇਵਿੰਗਸ ਦੀ ਲੋਕਾਂ 'ਚ। ਤੇ ਥਰਡਲੀ ਕਰੰਟ ਅਕਾਊਂਟ 'ਚ ਆ ਜਾਂਦਾ ਕਿ ਅਸੀਂ ਪਬਲਿਕ ਨੂੰ ਫੈਸਿਲਿਟੀ ਪ੍ਰੋਵਾਈਡ ਕਰਨੀ ਹੋ, ਚਾਹੇ ਜਿੰਨੀ ਵਾਰ ਮਰਜ਼ੀ ਪੈਸੇ ਜਮ੍ਹਾਂ ਕਰਾਉਣ ਜਾਂ ਅਕਾਊਂਟ ਦੇ ਵਿੱਚੋਂ ਕਢਵਾ ਲੈਣ। ਅੱਗੇ ਆ ਜਾਂਦਾ ਬੈਂਕਿੰਗ ਸਰਵਿਸ। ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਇੱਕ ਵਾਰੀ ਦੁਬਾਰਾ ਫਿਰ ਤੁਹਾਨੂੰ ਕਰਾ ਦਿੰਦੇ ਆ। ਪਹਿਲਾਂ ਆਉਂਦਾ ਕੈਸ਼ ਕ੍ਰੈਡਿਟ, ਜਿਹਨੂੰ ਕਹਿੰਦੇ ਆ ਲਿਮਿਟ। ਲਿਮਿਟ ਦਾ ਫਾਰਮੂਲਾ ਤੁਸੀਂ ਨੇਮ ਸੁਣਿਆ ਹੋਏਗਾ। ਕੈਸ਼ ਕ੍ਰੈਡਿਟ ਦੇ ਵਿੱਚ ਬੈਂਕ ਸਿਕਿਉਰਿਟੀ ਦੇ ਬਦਲੇ, ਜਿਸ ਤਰ੍ਹਾਂ ਕਿ ਕਿਸੇ ਨੇ ਆਪਣੇ ਘਰ ਦੀ ਰਜਿਸਟਰੀ ਰੱਖਤੀ, ਉਹਦੇ ਬਦਲੇ ਉਹਨੂੰ ਲੋਨ ਮਿਲ ਜਾਂਦਾ, ਬਟ ਇਹ ਹੁੰਦਾ ਕਿ ਉਹਦੇ ਲਈ ਸ਼ਾਰਟ ਪੀਰੀਅਡ ਲਈ ਹੋਏਗਾ। ਜਿੰਨੇ ਅਸੀਂ ਅਕਾਊਂਟ ਵਿੱਚੋਂ ਪੈਸੇ ਕਢਾਵਾਂਗੇ, ਜੇ 10 ਲੱਖ ਦੀ ਆਪਾਂ ਲਿਮਿਟ ਬਣਾਈ ਆ ਕੈਸ਼ ਕ੍ਰੈਡਿਟ, ਤੇ ਉਹਦੇ ਵਿੱਚ ਅਸੀਂ 1 ਲੱਖ ਰੁਪਏ ਕਢਵਾਇਆ, ਤੇ ਸਾਨੂੰ ਇੰਟਰਸਟ ਕੀ ਹੈ 1 ਲੱਖ ਉੱਤੇ ਹੀ ਦੇਣਾ ਪਏਗਾ। ਅੱਗੇ ਆ ਜਾਂਦਾ ਓਵਰਡਰਾਫਟ। ਓਵਰਡਰਾਫਟ ਦਾ ਮਤਲਬ ਜਿਹੜੇ ਅਸੀਂ ਮਨੀ ਵਿਡਰੋ ਕਰਦੇ ਆ, ਜਿੰਨਾ ਸਾਡਾ ਬੈਲੈਂਸ ਅਵੇਲੇਬਲ ਸੀ ਉਹਦੇ ਤੋਂ ਜ਼ਿਆਦਾ, ਉਹਨੂੰ ਕਿਹਾ ਜਾਂਦਾ ਵਾ ਓਵਰਡਰਾਫਟ। ਅੱਗੇ ਆ ਜਾਂਦਾ ਬੈਂਕ ਡਰਾਫਟ। ਬੈਂਕ ਡਰਾਫਟ ਦਾ ਮਤਲਬ ਜਿਹੜੇ ਚੈੱਕ ਪ੍ਰੋਵਾਈਡ ਕੀਤੇ ਜਾਂਦੇ ਕਸਟਮਰ ਨੂੰ ਇੱਕ ਬੈਂਕ ਦੁਆਰਾ ਪੇਮੈਂਟ ਕਰਨ ਦੇ ਲਈ, ਉਹਨੂੰ ਕੀ ਕਿਹਾ ਜਾਂਦਾ, ਬੈਂਕ ਡਰਾਫਟ, ਜਿਹੜਾ ਅਸੀਂ ਪੇਮੈਂਟ ਕਰਨ ਦੇ ਲਈ ਜਿਹਨੂੰ ਯੂਜ਼ ਕਰਦੇ ਆ। ਨੈਕਸਟ ਆ ਜਾਂਦਾ NEFT, ਨੈਫਟ। ਨੈਫਟ ਮਤਲਬ ਕਿ ਨੈਸ਼ਨਲ ਇਲੈਕਟ੍ਰੋਨਿਕ ਫੰਡਸ ਟ੍ਰਾਂਸਫਰ, ਜਿਹੜਾ ਕਿ ਅਸੀਂ ਇਲੈਕਟ੍ਰੋਨਿਕ ਵੇ ਦੇ ਵਿੱਚ ਫੰਡਸ ਨੂੰ ਟ੍ਰਾਂਸਫਰ ਕਰ ਸਕਦੇ ਹਾਂ ਇੱਕ ਬੈਂਕ ਤੋਂ ਦੂਸਰੇ ਬੈਂਕ ਤੱਕ। ਉਹ ਬੈਂਕ ਦੀ ਅਸੀਂ ਕਿਸੇ ਬ੍ਰਾਂਚ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ। ਇਹ ਕੀ ਹੁੰਦਾ ਵਾ, ਕੰਟਰੀ ਪਾਰਟਿਸਿਪੇਟਿੰਗ ਇਨ ਦਾ ਸਕੀਮ। ਇਹ ਕੀ ਬੈਂਕ ਜਿਹੜੀਆਂ ਬ੍ਰਾਂਚਸ ਹੁੰਦੀਆਂ ਵਾ ਉਹ ਇਹਦੇ ਵਿੱਚ ਸਾਰੀਆਂ ਪਾਰਟਿਸਿਪੇਟ ਕਰਦੀਆਂ ਵਾ। ਇਹਦੇ ਵਿੱਚ ਮੈਕਸਿਮਮ, ਨੋ ਮਿਨੀਮਮ ਔਰ ਮੈਕਸਿਮਮ ਲਿਮਿਟ,
इहदे च कोई भी मिनीमम ते मैक्सिमम लिमिट नहीं डिसाइड कीती हुई। अगे आइंदा आरटीजीएस मतलब रियल टाइम ग्रोस सैटलमेंट। इस विच मिनीमम लिमिट सैट की गई है जिहड़ी हुंदी है 2 लाख रुपया। इहदे विच 2 लाख तो घट दे असीं मनी ट्रांसफर नहीं कर सकते, 2 लाख तो असीं ज़्यादा ट्रांसफर कर सकते। सो क्लीयर है। एंड नैफ्ट की सीगा जिंदे विच कोई लिमिट नहीं हैगी, इलैक्ट्रॉनिकली फंड ट्रांसफर कर सकते हैं। आरटीजीएस विच भी असीं इलैक्ट्रॉनिक ही करांगे फंड ट्रांसफर, पर इहदे विच मिनीमम लिमिट कितनी हुंदी है 2 लाख की होएगी। अगे आ जांदा ई बैंकिंग जां नैट बैंकिंग। अज दे टाइम दे विच ई बैंकिंग जां नैट बैंकिंग बहुत ज़्यादा इंपॉर्टेंट रोल प्ले कर रही हैं। ई बैंकिंग का मतलब इलैक्ट्रॉनिक बैंकिंग, वो बैंकिंग जिंदे विच सारिया पेमेंट सिस्टम जिहड़ा हुंदा वा वो इलैक्ट्रॉनिकली परफॉर्म किया जाता पिया वा कस्टमर द्वारा, बैंक द्वारा। कस्टमर अपनी ऑनलाइन ट्रांजैक्शन कर सकदा, बैंक उन्हां ट्रांजैक्शन करन दे विच हैल्प करदा वा। सो अज दे टाइम दे सारे ही बैंक ऑनलाइन फैसिलिटी प्रोवाइड करते पे, जिन्हों की कहा जाता वर्चुअल बैंकिंग, ऑनलाइन बैंकिंग जां इंटरनेट बैंकिंग का नाम भी दिता जाता वा। ऑनलाइन बैंकिंग सर्विस किहड़ियां सब तो पहले आ जाती है ATM, ऑटोमैटिक टैलर मशीन। ये मशीन दे विच एक प्लास्टिक कार्ड हुंदा वा जिंदे राही कस्टमर अपने बैंक अकाउंट नूं ऑपरेट कर सकदा, बैंक अकाउंट दे विचों पैसे कढवा सकदा, अपने पैसे जमा करा सकदा। इहदे विचों कस्टमर अपने अकाउंट की की डिटेल आ वो भी पता कर सकदा वा, जिन्हों मिनीमम स्टेटमेंट कह दिंदे आ, मिनी स्टेटमेंट। अगे आ जांदा ATM जिहड़ा इंस्टॉल किया जांदा नीयरस्ट साइट, जिहड़ा बैंक दे नेड़े जां अपने लोकल एरिया दे नेड़े ही यह ATM मशीन इंस्टॉल की जाती है। जो भी ट्रांजैक्शन असी ATM राही करांगे वो ट्रांजैक्शन अपने ऑटोमैटिकली रिकॉर्ड हो जाएगी अपने अकाउंट दे विच। सो वन कैन इन विड्रॉ, डिपॉजिट और हैंडल अदर बैंकिंग ट्रांजैक्शन। ये सारा कुछ असी कर सकते हैं ATM राही। अगे आ जांदा डैबिट कार्ड। डैबिट कार्ड ਉਹ वाले कार्ड जिन्हां दी पेमेंट करन दे विच वरतों कीती जांदी है, ये अपने बैंक अकाउंट दे नाल लिंक हुंदे आ। बट इहदे विच एक मेन फीचर ये है कि जी अपने अकाउंट दे विच जिन्ने पैसे होणगे असीं सिर्फ उन्ने ही विड्रॉ कर सकते हैं, सिर्फ उन्ने दी ही पेमेंट कर सकते हैं, उस तो वध असीं पेमेंट नहीं कर सकते। इनू की कहा जाता डैबिट कार्ड, जिहड़े अपने बैंक अकाउंट दे नाल ही लिंक होणगे। आपां अपने जिन्ने अकाउंट च पैसे आउंदे तो वध पैसे नहीं कढवा सकते। नैक्सट आ जांदा क्रैडिट कार्ड। क्रैडिट कार्ड इशू किया जाता है बैंक द्वारा अपने कस्टमर नूं। ये क्रैडिट कार्ड दे विच इस तरह हुंदा कि जिस तरह किसी कस्टमर कोल पैसे घट आ, ठीक है, उनकी क्रैडिट वर्थीनेस वधिया वा, बट उनके कोल पैसे उस टाइम ते घट आ, बैंक उन्होंने क्रैडिट कार्ड इशू कर देगा। वो क्रैडिट कार्ड द्वारा वो अपने अकाउंट लिमिट नालों ज़्यादा पैसे की वरतों कर सकता, बट उस पैसों नूं रिटर्न करना पैंदा फिक्स पीरियड दे अंडर, तो उनके बदले कस्टमर नूं इंटरस्ट भी देना पेगा। जिस तरह मान लो क्रैडिट कार्ड की लिमिट अपनी 2 लाख रुपया, ठीक है, कस्टमर की आ वो 2 लाख रुपये नूं कढवा के यूज कर सकता अपने परसनल किसी भी काम के लिए, बट इहदे बदले उन्होंने की है इंटरस्ट देना पेगा, नाल ही नाल उन्होंने फिक्स पीरियड के अंदर ये पैसे बैंक नूं रिटर्न भी करने पैणगे। बट इन डैबिट कार्ड च की सी, जिन्ने को अपने बैंक अकाउंट च पैसे हैगे आ असीं उही वरतांगे। ये की है असीं बैंक के पैसे यूज करते पे हैं, इहदे विच असीं अपने पैसे यूज कर रहे सी। नैक्सट आ जांदा EFT। EFT मतलब इलैक्ट्रॉनिक फंड ट्रांसफर। कोई भी फंड, कोई भी पर्सन अपने फंड्स नूं ट्रांसफर कर सकता है एक अकाउंट तो दूसरे अकाउंट दे विच इलैक्ट्रॉनिकली, ठीक है। एक क्लीयर आ इलैक्ट्रॉनिक जिहड़ियां ट्रांजैक्शनस कीतियां जांदियां वा पेमेंट दे रिगार्डिंग, फंड ट्रांसफर दे रिगार्डिंग, उन्हां नूं की कहा जांदा EFT, जिहड़ी कि असीं फंड ट्रांसफर करने आ। सो ये किहड़ियां सीगियां ऑनलाइन ट्रांजैक्शनस जिहड़ियां कीतियां जांदियां वा इन्हां नूं ई बैंकिंग सर्विस, ऑनलाइन बैंकिंग सर्विस, इंटरनेट बैंकिंग सर्विस का नाम भी दिता जाता। क्लीयर है किहड़ियां सी ATM, डैबिट कार्ड, क्रैडिट कार्ड ते EFT। सो स्टूडेंट्स इनू चंगी तरह पढ़ना है। ओके, थैंक यू।